नो सर रिपीट कर दो एक और रिपीट कर दो सर। ਆਪਾਂ ਇਹ ਦੱਸਿਆ ਕਿ ਜੇ ਕਿਸੇ ਗੈਸ ਮੋਲੀਕਿਊਲ ਨੇ ਅਰਥ ਦੇ ਐਟਮੋਸਫੀਅਰ ਚੋਂ ਨਿਕਲਣਾ ਤੇ ਉਹਨੂੰ ਅਰਥ ਦੇ ਐਟਮੋਸਫੀਅਰ ਦੇ ਵਿੱਚੋਂ ਨਿਕਲਣ ਵਾਸਤੇ, ਕਿਉਂਕਿ ਗੈਸ ਮੋਲੀਕਿਊਲ ਅਰਥ ਦੀ ਗ੍ਰੈਵਿਟੀ ਪੁੱਲ ਦੇ ਨਾਲ ਬਾਉਂਡ ਆ, ਤੇ ਜੇ ਉਹਨਾਂ ਨੇ ਬੌਂਡ ਤੋੜ ਕੇ ਬਾਹਰ ਨਿਕਲਣਾ ਅਰਥ ਦੇ ਐਟਮੋਸਫੀਅਰ ਚੋਂ, ਤੇ ਉਹਨਾਂ ਨੂੰ ਘੱਟੋ ਘੱਟ 11.2 ਕਿਲੋਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਚਾਹੀਦੀ ਆ। ਪਰ ਇੰਨੀ ਵੈਲੋਸਿਟੀ ਉਹਨਾਂ ਗੈਸ ਮੋਲੀਕਿਊਲ ਨੂੰ ਜਿਹੜੀ ਥਰਮਲ એનર્ਜੀ ਤੋਂ ਮਿਲਦੀ ਆ, क्योंकि गैस मॉलिक्यूल ਅਸੀਂ ਗਰਮ ਨਹੀਂ ਕਰਦੇ ਪਏ, ਉਹਨੂੰ ਸੋਲਰ એનર્ਜੀ ਤੋਂ ਰੇਡੀਏਸ਼ਨ ਆ, ਉਹਨਾਂ ਨੂੰ ਹੀਟ એનર્ਜੀ ਮਿਲ ਰਹੀ, ਤੇ ਉਹ ਹੀਟ એનર્ਜੀ ਇੰਨੀ ਨਹੀਂ ਹੈਗੀ ਕਿ ਵੀ ਉਹ ਮੋਲੀਕਿਊਲ ਦੇ ਅੰਦਰ ਇੰਨੀ ਵੈਲੋਸਿਟੀ ਬਣਾ ਦੇਣ ਕਿ ਵੀ ਉਹਨੂੰ 11.2 ਕਿਲੋਮੀਟਰ ਪਰ ਸੈਕਿੰਡ ਦੀ ਸਪੀਡ ਮਿਲ ਜਾਵੇ। ਇਸ ਲਈ ਉਹ ਗੈਸ ਮੋਲੀਕਿਊਲ ਅਰਥ ਦੇ ਐਟਮੋਸਫੀਅਰ ਚੋਂ ਨਹੀਂ ਨਿਕਲ ਪਾਉਂਦੇ, ਇਸ ਲਈ ਅਸੀਂ ਕਹਿੰਦੇ ਅਰਥ ਦਾ ਐਟਮੋਸਫੀਅਰ। ਪਰ ਦੂਜੇ ਪਾਸੇ ਮੂਨ ਵਾਲੇ ਕੇਸ ਦੇ ਅੰਦਰ ਐਸਕੇਪ ਵੈਲੋਸਿਟੀ ਦੀ ਵੈਲਿਊ ਅਰਥ ਦੇ ਕੰਪੈਰੀਟਿਵਲੀ ਬਹੁਤ ਘੱਟ ਆ। मान लो कहने पे 3 किलोमीटर पर सेकंड, ਤੇ ਜਦੋਂ ਸੋਲਰ ਰੇਡੀਏਸ਼ਨ ਮੂਨ ਦੇ ਉੱਤੇ ਫਾਲ ਕਰਦੀਆਂ ਤੇ ਉਹ ਉਸ ਮੂਵਮੈਂਟ ਦੇ ਜੇ ਉੱਥੇ ਦੇ ਮੋਲੀਕਿਊਲਸ ਨੂੰ ਉਹਨਾਂ ਨੇ ਹੀਟ ਕੀਤਾ ਹੋਏਗਾ ਤੇ ਉਹਨਾਂ ਮੋਲੀਕਿਊਲ ਦੀ ਹੀਟ એનર્ਜੀ ਕਰਕੇ ਇੰਨੀ ਕੁ ਵੈਲੋਸਿਟੀ ਬਣ ਗਈ ਕਿ ਜਿੰਨੀ ਉਹਨਾਂ ਨੂੰ ਐਸਕੇਪ ਕਰਨ ਵਾਸਤੇ ਚਾਹੀਦੀ ਸੀ। ਇਸ ਲਈ ਉਹ ਗੈਸ ਮੋਲੀਕਿਊਲ ਜਿਹੜੇ ਨੇ ਉਹ ਸਾਰੇ ਦੇ ਸਾਰੇ ਮੂਨ ਦੇ ਐਟਮੋਸਫੀਅਰ ਦੇ ਵਿੱਚੋਂ ਐਸਕੇਪ ਆਊਟ ਕਰ ਗਏ। ਇਸ ਲਈ ਜਦੋਂ ਉਹ ਮੂਨ ਦੇ ਐਟਮੋਸਫੀਅਰ ਚੋਂ ਐਸਕੇਪ ਆਊਟ ਕਰ ਗਏ ਕਹਿੰਦੇ ਜੀ ਮੂਨ ਦਾ ਐਟਮੋਸਫੀਅਰ ਨਹੀਂ ਹੈਗਾ। क्लियर है गल? यस सर। यस सर। जे एक उदाहरण हैगी या पता नहीं सुनी होवे ਤੁਸੀਂ महाभारत देखिया सारे ने? यस सर। यस सर। महाभारत ਦੇ ਵਿੱਚ ਭੀਮ ਹੈਗੇ ਸੀ ਨਾ? जी सर। जी सर। यस सर। ਤੇ ਭੀਮ ਲਈ ਸ਼ਾਇਦ ਅੱਗੇ ਕਹਾਵਤ ਸੁਣੀ ਹੋਊਗੀ ਤੁਸੀਂ। ਭੀਮ ਲਈ ਇੰਨਾ ਮਸ਼ਹੂਰ ਸੀਗਾ ਕਿ ਉਸ ਬੰਦੇ ਦੇ ਵਿੱਚ ਇੰਨੀ ਕਹਿੰਦੇ ਜੀ ਤਾਕਤ ਹੁੰਦੀ ਸੀਗੀ ਕਿ ਉਹ ਹਾਥੀ ਦੀ ਲੱਤ ਫੜ ਕੇ ਨਾ ਘੁਮਾ ਕੇ ਉਹਨੂੰ ਉੱਪਰ ਸੁੱਟਦਾ ਸੀ ਤੇ ਉਹ ਕਦੀ ਅਰਥ ਤੇ ਵਾਪਸ ਨਹੀਂ ਮੁੜਿਆ ਸੀ। ਇਹਦਾ ਮਤਲਬ ਆ ਉਹ ਇੰਨੀ ਕੁ ਸਪੀਡ ਉਸ ਆਬਜੈਕਟ ਨੂੰ ਦੇ ਦਿੰਦਾ ਸੀਗਾ, ਠੀਕ ਹੈ ਜੀ, ਉਹ ਪਰਸਨ ਜਿਹੜੇ ਸੀਗੇ ਕਿ 11.2 ਕਿਲੋਮੀਟਰ ਪਰ ਸੈਕਿੰਡ ਤੋਂ ਜ਼ਿਆਦਾ ਸਪੀਡ ਨਾਲ ਸੁੱਟ ਦਿੰਦੇ ਸੀ, ਇੰਨੀ ਤਾਕਤ ਸੀ। ਤੇ ਉਹ ਕਦੀ ਚੀਜ਼ ਅਰਥ ਦੇ ਉੱਤੇ ਕਹਿੰਦੇ ਜੀ ਵਾਪਸ ਨਹੀਂ ਆਈ। ਅਸੀਂ ਇਹਦਾ ਮਤਲਬ ਇਹ ਲਈਏ ਕਿ ਉਹ ਅਰਥ ਦੀ ਗ੍ਰੈਵਿਟੀ ਪੁੱਲ ਤੋਂ ਜੇ ਚੀਜ਼ ਨੂੰ ਬਾਹਰ ਕੱਢਣਾ, ਭਾਵੇਂ ਉਹ ਗੈਸ ਦਾ ਮੋਲੀਕਿਊਲ ਆ ਤੇ ਭਾਵੇਂ ਉਹ ਹਾਥੀ ਆ, ठीक है जी, ਉਹਨੂੰ ਘੱਟੋ ਘੱਟ ਜਿਹੜੀ ਸਪੀਡ ਦੇਣੀ ਪੈਗੀ, ਇਟ ਸ਼ੁੱਡ ਬੀ 11.2 ਕਿਲੋਮੀਟਰ ਪਰ ਸੈਕਿੰਡ। ਪਰ ਜੇ ਇਹੀ ਐਕਸਪੈਰੀਮੈਂਟ ਮੂਨ ਤੇ ਜਾ ਕੇ ਕਰਨਾ ਹੋਵੇ ਤੇ ਉੱਥੇ ਸਾਰੀ ਐਸਕੇਪ ਵੈਲੋਸਿਟੀ 3 ਕਿਲੋਮੀਟਰ ਪਰ ਸੈਕਿੰਡ ਦੇ ਆਸ-ਪਾਸ ਰਹਿ ਜਾਂਦੀ। ਇਹਦਾ ਮਤਲਬ ਉੱਥੇ ਇਹ ਕੰਮ ਕਰਨਾ ਬੜਾ ਸੌਖਾ ਵਾ, ਠੀਕ ਹੈ। ਉਹ ਤੋਂ ਚੁੱਕ ਕੇ ਸੁੱਟਣੀਆਂ ਚੀਜ਼ਾਂ ਸੌਖੀਆਂ ਕਿਉਂਕਿ ਉੱਥੇ ਸਪੀਡ ਘੱਟ ਚਾਹੀਦੀ। ਅਰਥ ਦੇ ਕਹਿੰਦਾ ਜੀ ਐਟਮੋਸਫੀਅਰ ਦੇ ਵਿੱਚ ਸਪੀਡ ਜ਼ਿਆਦਾ ਚਾਹੀਦੀ। ਕਲੀਅਰ? यस 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 सर। याद रखो। क्लियर है जी? करिए कंटिन्यू। यस सर। एक केस ਇਹਦਾ ਹੋਰ ਹਜੇ ਸਮਝੋਗੇ ਤੁਸੀਂ, ਠੀਕ ਹੈ। ਨੂਮੈਰੀਕਲ ਦੇ ਪੁਆਇੰਟ ਆਫ ਵੀ ਨਾਲ ਵੀ ਆਪਾਂ ਨੂੰ ਚਾਹੀਦਾ ਵਾ, ਸਮਝਿਓ ਧਿਆਨ ਨਾਲ ਉਸ ਚੀਜ਼ ਨੂੰ। ਇੱਕ ਆਪਾਂ ਟਰਮ ਲੈਨੇ ਬੇਟਾ, ਯੂਜ਼ ਉਹਨੂੰ ਆਪਾਂ ਕਈ ਵਾਰੀ ਕਰਦੇ, 9 ਚ ਵੀ ਪੜਿਆ ਤੁਹਾਡਾ, ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ એનર્ਜੀ ਕੀ ਹੁੰਦੀ ਹੈ? ਕੀ ਸਰ? ਵਾਈ ਨਹੀਂ? Energy is neither created nor destroyed, ਜੇ ਤੁਸੀਂ but can be transferred from one form to another. ਇਧਰ ਦੇਖੋ, ਆਪਾਂ ਜੇ ਆ ਲਾਈਨ ਲਿਖੀ ਆ ਵਰਕ ਇਕੁਅਲ ਟੂ ਕਾਈਨੈਟਿਕ એનર્ਜੀ, ਇਹ ਵੀ ਤਾਂ ਕੰਜ਼ਰਵੇਸ਼ਨ ਆਫ એનર્ਜੀ ਲਿਖਿਆ ਵਾ। ਜਿੰਨਾ ਮੈਂ ਬਾਡੀ ਤੇ ਗ੍ਰੈਵਿਟੀ ਦੇ ਅਗੇਂਸਟ ਵਰਕ ਕੀਤਾ ਉਹ ਮੈਂ ਬਾਡੀ ਨੂੰ ਕੀ ਬਣਾ ਕੇ ਦਿੱਤੀ? ਕਾਈਨੈਟਿਕ એનર્ਜੀ ਦਿੱਤੀ। ਮੇਰੇ ਮਸਲ ਦੀ ਜਿੰਨੀ એનર્ਜੀ ਯੂਜ਼ ਹੋਈ ਆ ਉਹ ਉਸ ਚੌਕ ਦੇ ਅੰਦਰ ਕਾਈਨੈਟਿਕ એનર્ਜੀ ਬਣ ਕੇ ਗਈ। यस सर। मतलब ਇਹ ਵੀ ਤਾਂ એનર્ਜੀ ਦੀ ਕੰਜ਼ਰਵੇਸ਼ਨ ਹੀ ਹੈ ਨਾ, ਇੱਕ ਫਾਰਮ ਤੋਂ ਦੂਜੀ ਫਾਰਮ 'ਚ એનર્ਜੀ ਕਨਵਰਟ ਹੋ ਰਹੀ। ਤੇ ਬੇਟਾ ਇਹਦੇ ਇੱਕ ਵਰਡ ਹੋਰ ਐਡ ਕਰਨ ਲੱਗੇ, ਉਹਨੇ ਇਹਦਾ ਇੱਕ ਸਬ ਕੇਸ ਬਣਾਇਆ ਹੋਇਆ ਵਾ, ਨੂਮੈਰੀਕਲੀ ਇੰਪੋਰਟੈਂਟ ਹੋਏਗਾ, ਬੁੱਕ 'ਚੋਂ ਪੜ੍ਹਨਾ ਚੰਗੀ ਤਰ੍ਹਾਂ। If a body is to be projected with a speed which is greater than the escape velocity, ਆਪਾਂ ਜੇ ਆਪਣੇ ਟੌਪਿਕ ਦੀ ਗੱਲ ਕਰੀਏ, ਆਪਾਂ escape velocity 'ਚ ਵਰਡ ਕੀ ਯੂਜ਼ ਕੀਤਾ? It is the minimum velocity. It is the minimum velocity which must be given to the object so that it can have the ability to cross the gravity pull. ਇਹਦਾ ਮਤਲਬ ਅਸੀਂ ਘੱਟੋ ਘੱਟ ਵੈਲੋਸਿਟੀ ਦੱਸੀ ਆ 11.2 ਕਿਲੋਮੀਟਰ ਪਰ ਸੈਕਿੰਡ ਚਾਹੀਦੀ ਹੈ, ਇਸ ਤੋਂ ਘੱਟ ਨਾ ਨਹੀਂ ਹੋ ਸਕਦਾ, ਠੀਕ ਹੈ। ਇਸ ਤੋਂ ਜ਼ਿਆਦਾ ਦੇ ਸਕਦੇ। ਉਹ ਕਹਿੰਦਾ ਜੇ ਮੈਂ ਕਿਸੇ ਆਬਜੈਕਟ ਨੂੰ ਅਰਥ ਦੀ ਗ੍ਰੈਵਿਟੀ ਪੁੱਲ ਤੋਂ ਬਾਹਰ ਕੱਢ ਕੇ, ਠੀਕ ਹੈ, ਜਦੋਂ ਸੁੱਟਣਾ ਵਾ, ਮੈਂ ਉਹਨੂੰ ਮਿਨੀਮਮ ਵੈਲੋਸਿਟੀ ਨਾ ਦੇਵਾਂ, ਉਸ ਤੋਂ ਜ਼ਿਆਦਾ ਦੇਣੀ ਹੋਵੇ, ਤੇ ਉਸ ਮੂਵਮੈਂਟ ਤੇ ਆਊਟਰ ਸਪੇਸ 'ਚ ਜਾ ਕੇ ਜੇ ਮੈਂ ਉਹਦੀ ਸਪੀਡ ਕੱਢਣੀ ਹੋਵੇ ਤੇ ਉਹ ਕਿਹੜੇ ਮੈਥਡ ਨਾਲ ਕੱਢੀ?
ਉਹਦੇ ਲਈ ਅਸੀਂ ਕੀ ਡਿਫਾਈਨ ਕਰਦੇ ਹਾਂ ਕਿ ਜੇ ਇੱਕ ਬਾਡੀ ਅਰਥ ਦੀ ਸਰਫੇਸ ਤੇ ਸੀਗੀ, ਗੱਲ ਸਮਝਿਓ ਕਿ ਸਮਝਣ ਵਾਲੀ ਤੁਹਾਡੇ ਨਿਊਮੈਰੀਕਲ 'ਚ ਇਹ ਕਨਸੈਪਟ ਕਈ ਵਾਰ ਯੂਜ਼ ਹੋਏਗਾ। ਜਦੋਂ ਬਾਡੀ ਅਰਥ ਦੀ ਸਰਫੇਸ ਤੇ ਆ, ਹਨਾ, क्या इनको कोई एनर्जी हैगी? बॉडी ते रेस्ट दी स्टेट पे है, क्या इनको कोई एनर्जी है? नो सर। मैंने एक तो ज्यादा रिस्पांस चाहिए होगी। नो सर। पोटेंशियल सर एनर्जी। यस, पोटेंशियल होगी एनर्जी। सर। यस, इस वेले इस बॉडी को ग्रेविटेशनल पोटेंशियल एनर्जी हैगी आ। गल दिमाग च लैके आओ जो दसदा पिया, बॉडी अर्थ दी सरफेस ते आ, ठीक है जी। इस वेले ਅਸੀਂ ਉਹਦੀ ਹਾਈਟ ਜੇ ਲੈ ਕੇ ਚੱਲੀਏ, क्या बॉडी कुछ हाइट ਤੇ ਹੈਗੀ ਕਿ ਨਹੀਂ? नो। हाइट ਤੇ ਆ, हाइट यस सर। ਆ ਰਹੀ ਆ अर्थ यस सर। ਇੱਕ अच्छा ਲਾਈਨ ठीक है। याद रखियो, ਜਿਹੜੀ ਪੋਟੈਂਸ਼ੀਅਲ એનર્ਜੀ ਹੁੰਦੀ ਆ ਇਹ ਰਿਲੇਟਿਵ ਟਰਮ ਹੁੰਦੀ ਆ, ਇਹ ਐਬਸੋਲੂਟ ਟਰਮ ਨਹੀਂ ਹੁੰਦੀ। ਇਹਦੀ ਗੱਲ ਤੇ ਬਾਅਦ ਚ ਆਉਂਦੇ ਹੁਣ, ਠੀਕ ਹੈ ਜੀ। ਪੋਟੈਂਸ਼ੀਅਲ એનર્ਜੀ ਹਮੇਸ਼ਾ ਮੇਰੀ ਐਸ ਚ ਰਿਲੇਟਿਵ ਟਰਮ ਆ। ਰਿਲੇਟਿਵ ਟਰਮ ਦਾ ਮਤਲਬ ਆ ਮੈਂ ਵਿਦ ਰਿਸਪੈਕਟ ਟੂ ਕਿਹਦੇ ਦੱਸਦਾ ਪਿਆ ਪੋਟੈਂਸ਼ੀਅਲ એનર્ਜੀ। ਜੇ ਮੈਂ ਇਸ ਵੇਲੇ ਮੈਂ ਆਪਣੇ ਫਸਟ ਫਲੋਰ ਦੇ ਕਮਰੇ 'ਚ ਬੈਠਾ ਵਾਂ ਤੇ ਇਹਦਾ ਮਤਲਬ ਆ ਜੇ ਮੈਂ ਆਪਣੇ ਫਸਟ ਫਲੋਰ ਤੋਂ ਇਹਦੇ ਫਲੋਰ ਲੈਵਲ ਤੋਂ, ਠੀਕ ਹੈ, ਜਿਹੜਾ ਫਸਟ ਫਲੋਰ ਹੈਗਾ ਵਾ ਇਹਦੇ ਫਲੋਰ ਲੈਵਲ ਤੋਂ ਲਵਾਂ ਤੇ ਮੈਂ ਜੇ ਪੁੰਜੇ ਬੈਠਾ ਹਾਂ ਇਸ ਵੇਲੇ ਤੇ ਮੇਰੀ ਪੋਟੈਂਸ਼ੀਅਲ એનર્ਜੀ ਮੈਂ ਕਹਾਂ ਜੀ 0 ਆ, ਕਹਿ ਸਕਦਾ। ਕਦੋਂ ਕਹਿ ਸਕਦਾ? ਜੇ ਮੈਂ ਐਸ ਸੱਚ ਰੈਫਰੈਂਸ ਲੈਵਲ ਇਸ ਕਮਰੇ ਦੇ ਫਰਸ਼ ਨੂੰ ਮੰਨਿਆ। ਪਰ ਜੇ ਮੈਂ ਆਪਣੇ ਐਸ ਸੱਚ ਗਰਾਊਂਡ ਲੈਵਲ ਤੋਂ ਚੱਲਾਂ ਤੇ ਗਰਾਊਂਡ ਲੈਵਲ ਤੋਂ ਮੈਂ 10 ਮੀਟਰ ਹਾਈਟ ਤੇ ਬੈਠਾ ਹਾਂ ਤੇ ਇਹਦਾ ਮਤਲਬ ਹੈ ਮੇਰੀ ਬਾਡੀ ਦੇ ਅੰਦਰ ਉੱਥੇ ਬੈਠੇ ਹੋਏ ਪੋਟੈਂਸ਼ੀਅਲ એનર્ਜੀ ਹੈਗੀ ਆ, ਠੀਕ ਹੈ ਜੀ। ਇਸੇ ਤਰ੍ਹਾਂ ਜੇ ਚੌਕ ਮੇਰੇ ਹੱਥ ਵਿੱਚ ਆ, ਇਹਦੀ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ 0 ਵਿਦ ਰਿਸਪੈਕਟ ਟੂ ਹੈਂਡ, ਪਰ ਇਹਦੀ ਐਸ ਸੱਚ ਇਸ ਥੱਲੜੇ ਹੱਥ ਤੋਂ ਇਸ ਵੇਲੇ ਹਾਈਟ ਹੋਣ ਕਰਕੇ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਹੈਗੀ ਆ। ਇਨ ਦਾ ਸਿਮਿਲਰ ਵੇ ਜਦੋਂ ਬਾਡੀ ਅਸੀਂ ਐਸ ਸੱਚ ਕਿਸੇ ਰੈਫਰੈਂਸ ਪੁਆਇੰਟ ਤੇ ਰੱਖਾਂਗੇ ਨਾ, ਕਿਤੇ ਵੀ ਰੱਖਾਂਗੇ, ਅਸੀਂ ਕਿਹਦੇ ਰੈਫਰੈਂਸ ਉਹਨੂੰ ਦੱਸਦੇ ਪਏ ਕਿ ਇਹਦੀ ਪੋਟੈਂਸ਼ੀਅਲ ਹੋਏਗੀ ਕਿ ਨਹੀਂ ਹੋਏਗੀ, ਉਹਦੇ ਅਕੋਰਡਿੰਗਲੀ ਆਨਸਰ ਆਣਾ। ਇਸ ਵੇਲੇ ਜਦੋਂ ਅਸੀਂ ਬਾਡੀ ਕਹਿੰਦੇ ਅਰਥ ਦੀ ਸਰਫੇਸ ਤੇ ਪਈ ਆ ਤੇ ਵੀ ਆਰ ਆਲਵੇਸ ਟੂ ਬੀ ਟੇਕਨ ਆਲ ਦਾ ਡਿਸਟੈਂਸ ਫਰਮ ਸੈਂਟਰ ਆਫ ਅਰਥ। ਕੀ ਆ ਗੱਲ ਸਮਝ ਆਈ? यस सर। यस सर। ਅਰਥ ਦੇ ਸੈਂਟਰ ਦੇ Yes, ਸਰਫੇਸ ਤੇ ਆ ਤੇ ਆਪਣੀ ਇਸ ਇਨਸਟੈਂਟ ਤੇ ਮੈਂ ਪੋਟੈਂਸ਼ੀਅਲ એનર્ਜੀ ਲਿਖਾਂ ਤੇ ਉਹਦੀ ਵੈਲਿਊ -gmm/ ਸਮਾਲ r ਅਸੀਂ ਫਾਰਮੂਲਾ ਡਰਾਈਵ ਕੀਤਾ ਨਾ, ਪਰ ਇਸ ਵੇਲੇ ਲਵਾਂ ਤੇ ਸਮਾਲ r ਦੀ ਵੈਲਿਊ ਕੈਪੀਟਲ R ਦੇ ਬਰਾਬਰ ਆ। यानी इस वेले जेडी बॉडी अर्थ दी सरफेस पे पई आ ਉਹਦੇ ਕੋ ਪੋਟੈਂਸ਼ੀਅਲ એનર્ਜੀ ਹੋਏਗੀ। यस सर। यस सर। यस सर। यस सर। यार आ ਉਹਦੀ ਪੋਟੈਂਸ਼ੀਅਲ એનર્ਜੀ ਹੋ। यस सर। यस सर। ਬॉडी ਨੂੰ ਹੁਣ ਸੁਣੋ ਗੱਲ ਧਿਆਨ ਨਾਲ, ਮੈਂ ਹੁਣ ਇਸ ਬॉडी ਨੂੰ ਤੋਂ ਥਰੋ ਕਰਨ ਲੱਗਿਆ ਉੱਪਰਲੀ ਡਾਇਰੈਕਸ਼ਨ ਚ, ਤਾਂ ਪੁੱਤ ਜਿੰਨੀ ਮੈਂ ਇਹਨੂੰ ਕਿਨੈਟਿਕ એનર્ਜੀ ਦੇਣੀ ਉਹ ਪਲੱਸ ਆ ਗ੍ਰੈਵਿਟੀ ਦੇ ਨਾਲ ਜਿਹੜਾ ਉਹਦਾ ਮੈਂ ਬੌਂਡ ਤੋੜਨਾ ਉਹ। ਇਹਦਾ ਮਤਲਬ ਮੈਂ ਜਦੋਂ ਬਾਡੀ ਨੂੰ ਐਸ ਸੱਚ ਅਰਥ ਦੀ ਗ੍ਰੈਵਿਟੀ ਤੋਂ ਬਾਹਰ ਕੱਢਣਾ ਵਾ, ਹਨਾ, ਤੇ ਮੇਰੀ ਬਾਡੀ ਕੋ ਅਰਥ ਦੀ ਸਰਫੇਸ ਤੋਂ ਜਦੋਂ ਇਹਨੂੰ ਮੈਂ ਚੁੱਕ ਕੇ ਸੁੱਟਣ ਲੱਗਿਆ, ਠੀਕ ਹੈ ਜੀ, ਜਿਹੜੀ ਕਿਨੈਟਿਕ એનર્ਜੀ ਦਿੱਤੀ ਤੇ ਜਿਹੜੀ ਅਰਥ ਦੇ ਸੈਂਟਰ ਨਾਲ ਇਹਦੀ ਗ੍ਰੈਵਿਟੀ ਪੁੱਲ ਦੇ ਕਰਕੇ, ਠੀਕ ਹੈ, ਜਿਹੜੀ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਆ, ਇੰਨੀ એનર્ਜੀ ਮੈਂ ਟੋਟਲ ਦਵਾਂਗਾ ਉਸ ਬਾਡੀ ਨੂੰ ਜਿਹਨੂੰ ਮੈਂ ਅਰਥ ਦੀ ਸਰਫੇਸ ਤੋਂ ਡਿਟੈਚ ਕਰਕੇ, ਠੀਕ ਹੈ ਜੀ, ਇਨਫਿਨਿਟੀ ਤੇ ਸੁੱਟਣਾ ਚਾਹ ਰਿਹਾ। ਕੀ ਆ ਗੱਲ ਸਮਝ ਆ ਰਹੀ? सर दोबारा दस दो। रिपीट करिए सर। मैं अर्थ दी सरफेस तो चुकना वा, है ना, ਤੇ ਜਦੋਂ ਮੈਂ ਅਰਥ ਦੀ ਸਰਫੇਸ ਤੋਂ ਚੁੱਕਣਾ, ਇੱਕ ਤੇ ਜਿੰਨੀ ਉਹਦੀ ਆ ਸੈਂਟਰ ਦੇ ਨਾਲ ਗ੍ਰੈਵਿਟੀ ਪੁੱਲ ਹੈਗੀ ਆ, ਇੱਕ ਤੇ ਮੈਂ ਉਹ ਪੌਂਡ ਤੋੜਨਾ, ਯਾਨੀ ਓਨੀ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਉਸ ਬਾਡੀ ਕੋਲ ਹੈਗੀ, ਮੈਨੂੰ ਇਹ ਦੇਣੀ ਪਏਗੀ। ਪਲੱਸ ਜੇ ਮੈਂ ਇੰਨੀ ਕੱਲੀ ਦਿੱਤੀ ਤੇ ਮੈਂ ਬਾਡੀ ਅਰਥ ਦੀ ਸਰਫੇਸ ਦੇ ਉੱਤੇ ਤਾਂ ਰੱਖ ਲਈ, ਹਨਾ, ਫ੍ਰੀ ਸਟੇਟ ਤੇ ਬਾਡੀ ਆ ਗਈ ਪਰ ਮੂਵ ਨਹੀਂ ਕਰਦੀ ਪਈ, ਪਰ ਜੇ ਮੈਂ ਨਾਲੋਂ ਨਾਲ ਬਾਡੀ ਨੂੰ ਉੱਪਰ ਵੀ ਸਿੱਟਣਾ ਵਾ ਤੇ ਮੈਨੂੰ ਕਿਨੈਟਿਕ એનર્ਜੀ ਵੀ ਦੇਣੀ ਪਏਗੀ। ਕੀ ਗੱਲ ਸਮਝ ਆਈ? यस सर। यस। ਦੇਣੀ ਪੈ ਰਹੀ ਹੈ ਬਾਡੀ ਨੂੰ, ਠੀਕ ਹੈ ਜੀ, ਉੱਪਰ ਸੁੱਟਣ ਲੱਗੇ, ਇੱਕ ਤਾਂ ਗ੍ਰੈਵਿਟੀ ਪੁੱਲ ਦੇ ਅਗੇਂਸਟ ਉਹਦਾ ਬੌਂਡ ਤੋੜਨ ਵਾਸਤੇ, ਠੀਕ ਹੈ ਜੀ, ਪਲੱਸ ਉਹਨੂੰ ਕਿਨੈਟਿਕ એનર્ਜੀ ਮੈਂ ਮੋਸ਼ਨ ਦੀ ਫਾਰਮ ਚ ਦੇਣੀ ਹੈ। ਜਿੰਨੀ ਵੀ ਇਹ એનર્ਜੀ ਦਵਾਂਗਾ, ਜਦੋਂ ਬਾਡੀ ਅਰਥ ਦੀ ਗ੍ਰੈਵਿਟੀ ਪੁੱਲ ਤੋਂ ਬਾਹਰ ਨਿਕਲ ਗਈ, क्या ਉੱਥੇ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਹੋਊ? जी। नो सर। ਰਿਪੀਟ ਕਰ ਰਿਹਾ, नो सर। ਮੈਂ ਫੇਰ ਰਿਪੀਟ ਕਰ ਰਿਹਾ, ਬਿਲਕੁਲ ਨੋ ਵਾਲੀ ਗੱਲ ਹੀ ਹੈ ਜੀ। ਜੇ ਆ ਮੰਨ ਲਓ ਅਸੀਂ ਮੰਨੀਏ ਕਿ ਵੀ ਆ ਬਾਉਂਡਰੀ ਹੈ ਸਾਡੀ ਇਨਫਿਨਿਟੀ ਦੀ, ਯਾਨੀ ਆ ਸੈਂਟਰ ਤੋਂ ਇੱਥੇ ਤੱਕ ਇਨਫਾਈਨਾਈਟ ਡਿਸਟੈਂਸ ਆ, ਤੇ ਜਦੋਂ ਮੈਂ ਇਨਫਿਨਿਟੀ ਤੇ ਬਾਡੀ ਸੁੱਟ ਲਈ, ਬਾਡੀ ਇੱਥੇ ਮੇਰੀ ਕਿਸੇ ਆਊਟਰ ਸਪੇਸ ਚ ਆ ਗਈ, ਇੰਟਰਸਟੀਲਰ ਸਪੇਸ ਚ ਆ ਗਈ, ਤੇ ਇਸ ਸਪੇਸ ਦੇ ਉੱਤੇ ਜਾ ਕੇ क्या इस बॉडी ਦੀ अर्थ ਦੀ ਗ੍ਰੈਵਿਟੀ ਪੁੱਲ ਦਾ ਕੋਈ ਇਫੈਕਟ ਹੋਊਗਾ?
नहीं No, sir. नहीं सर ਜਿਹੜੀ ਬੋਡੀ ਮੇਰੀ move ਕਰੇਗੀ ਉਹਦੇ ਕੋਲ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ एनर्जी ਤਾਂ ਨਹੀਂ ਹੋਊ नो No, sir. ਹਾਂ ਪਰ ਕਿਉਂਕਿ No, sir. ਕਿਉਂਕਿ ਮੋਸ਼ਨ ਚ ਆ, ਇਸ ਕਰਕੇ ਉਹਦੇ ਕੋਲ ਕਿਨੈਟਿਕ એનર્ਜੀ ਹੋਊਗੀ। ਇਹਦਾ ਮਤਲਬ ਜਿੰਨੀ ਟੋਟਲ એનર્ਜੀ ਮੈਂ ਬੋਡੀ ਨੂੰ ਇਥੋਂ ਪ੍ਰੋਜੈਕਟ ਕਰਨ ਲੱਗੇ ਦੇਣੀ ਆ, ਉਹ ਆਊਟਰ ਸਪੇਸ ਚ એનર્ਜੀ ਸਿਰਫ ਇੱਕ ਫਾਰਮ ਚ ਆ। ਇਨਰ ਸਪੇਸ ਦੇ ਅੰਦਰ ਗ੍ਰੈਵਿਟੀ ਦੇ ਇਨਫਲੂਐਂਸ ਦੇ ਅੰਦਰ એનર્ਜੀ ਦੋ ਫਾਰਮ ਚ ਆ, ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਐਂਡ ਕਿਨੈਟਿਕ એનર્ਜੀ। ਤੇ ਆਊਟਰ ਸਪੇਸ ਚ ਜਾ ਕੇ ਉਹ ਸਿਰਫ ਮੇਰੀ ਇੱਕੋ ਫਾਰਮ ਚ ਆ, ਐਂਡ ਦੈਟਸ ਦ ਓਨਲੀ ਕਿਨੈਟਿਕ એનર્ਜੀ। क्या Kinetic energy. यस Yes. Yes, sir. ਜੇ ਇੰਨਾ समय ਲੱਗਿਆ ਤਾਂ ਮੈਂ ਬੋਲੋ, ਮੈਂ ਇਹਨੂੰ ਫਿਰ ਕੰਪਲੀਟ ਕਰਾਂ ਜਲਦੀ ਗੱਲ ਨੂੰ। यस सर यस सर Yes, sir. ਇਹਨੂੰ ਆਪਾਂ ਕੰਪਲੀਟ ਕਰੀਏ ਤੇ ਆਪਾਂ ਉਹਦੇ ਅੰਦਰ ਡਿਫਾਈਨ ਨਹੀਂ ਕਰ ਰਹੇ। ਨਾਓ ਯੂ ਆਰ ਪ੍ਰੋਜੈਕਟਿੰਗ ਅ ਬੋਡੀ ਵਿਦ ਅ ਸਪੀਡ ਵਿਚ ਇਜ਼ ਮੋਰ ਦੈਨ ਦੈਟ ਆਫ ਦਾ ਕਹਿੰਦਾ ਜੀ escape velocity। ਤੇ ਜੇ ਮੈਂ ਉਹਨੂੰ escape velocity ਤੋਂ ਜ਼ਿਆਦਾ ਸਪੀਡ ਬੋਡੀ ਨੂੰ ਪ੍ਰੋਵਾਈਡ ਕਰਾਂ ਤੇ ਉਸ ਮੂਵਮੈਂਟ ਦੇ ਆਊਟਰ ਸਪੇਸ 'ਚ ਜਾ ਕੇ ਮੈਂ ਉਹਦੀ ਜੇ ਸਪੀਡ ਕੱਢਣੀ ਹੋਵੇ ਹਨਾ, ਤੇ ਆਪਣਾ ਫਾਰਮੂਲਾ ਕੁਝ ਇਸ ਵੇ ਆਏਗਾ, ਟੋਟਲ એનર્ਜੀ within gravitational field, it should be equal to, ठीक है, जितनी एनर्जी होगी it should be equal to total energy of body in outer space। क्या आगे समझ लगी बेटे? Yes, यस sir. सर ਹੁਣ ਵਿਦਿਨ ਗ੍ਰੈਵਿਟੇਸ਼ਨਲ ਫੀਲਡ ਲਿਖੀਏ ਤੇ ਆਪਣੀ એનર્ਜੀ ਇੱਕ ਆ ਗਈ -gmm/r ਪਲੱਸ ਜਿਹੜੀ ਸਪੀਡ ਨਾਲ ਤੁਸੀਂ ਬਾਡੀ ਉੱਪਰ ਸੁੱਟਣ ਲੱਗੇ ਹੋ ਉਹਨੂੰ ਅਸੀਂ v ਸਿੰਬਲ ਦਿੱਤਾ, ਯਾਨੀ ਆ ਮੇਰੇ ਕੋਲ ਬਾਡੀ ਦੀ ਕਿਨੈਟਿਕ એનર્ਜੀ ਆ ਗਈ। ਇੰਨੀ ਟੋਟਲ એનર્ਜੀ ਵਿਦਿਨ ਗ੍ਰੈਵਿਟੇਸ਼ਨਲ ਫੀਲਡ ਹੋਏਗੀ ਤੇ ਆਊਟਰ ਸਪੇਸ 'ਚ ਜਾ ਕੇ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਵਾਲੀ ਟਰਮ ਤੋਂ ਹੋਗੀ 0। ਕਲੀਅਰ ਹੈ? यस सर ਤੇ ਆਊਟਰ ਸਪੇਸ ਦੇ ਵਿੱਚ ਅਸੀਂ ਇਹ ਕਹਿੰਦੇ ਜੀ ਉਹਦੀ ਸਪੀਡ ਬਣ ਗਈ ਹਾਫ m/v²। ਵੇਰੀਏਬਲ ਮੈਂ ਉਹੀ ਲਵਾਂਗਾ ਜਿਹੜੇ ਤੁਹਾਨੂੰ ਬੁੱਕ 'ਚ ਮਿਲ ਜਾਣ ਬੇਟਾ, ਹਾਫ m/v²। ਕਲੀਅਰ ਹੈ ਕਿਉਂ ਲਿਖਿਆ? यस सर ਹੁਣ ਜੇ ਇਹਨਾਂ ਨੂੰ ਆਪਸ ਵਿੱਚ ਲਿੰਕ ਕਰਨਾ ਔਰ ਮੈਂ ਆਊਟਰ ਸਪੇਸ 'ਚ ਉਹਦੀ ਸਪੀਡ ਕੱਢਣੀ ਆ ਹੈਨਾ, ਤੇ ਪਹਿਲੀ ਚੀਜ਼ ਤੇ ਆ ਕਿ m ਸਾਰਿਆਂ ਦੇ ਵਿੱਚੋਂ ਕੈਨਸਲ ਹੋ ਜਾਣਾ, ਆਪਣੀ ਟਰਮ ਆ ਜਾਏਗੀ -gm/r plus v²/2 equal to v'²/2। ਉਸ ਤੋਂ ਬਾਅਦ ਇਹਨੂੰ ਜੇ ਸੋਲਵ ਕਰਨਾ v' ਵਾਸਤੇ ਤੇ ਆ 2 ਤੇ r ਐਲਸੀਐਮ ਬਣਾ ਕੇ ਨੂੰ ਆਪਾਂ ਸੋਲਵ ਕਰ ਦਈਏ, ਠੀਕ ਹੈ, ਜਾਂ ਇਹ ਤੋਂ ਪਹਿਲਾਂ 2 ਨੂੰ ਪਹਿਲਾਂ ਚੁੱਕ ਲਓ, ਜੇ ਓਵਰ ਸਾਰੇ ਦੇ 2 ਲੈ ਕੇ ਆਣਾ ਜਾਂ ਚਲੋ ਇੱਕ ਕੰਮ ਹੋਰ ਕਰ ਸਕਦੇ ਹੋ, ਇਹ ਜੇ ਵੈਲਿਊ ਬਣਾਈਏ escape velocity ਜਿਹੜੀ ਹੈ ਨਾ, ਇੱਥੇ escape velocity ਦਾ ਇੱਕ ਸਿੰਬਲ ਚੇਂਜ ਕਰਨ ਲੱਗਿਆ, ਆਪਾਂ escape velocity ਨੂੰ ve ਪੜ੍ਹ ਲੈਂਦੇ ਆ, ਆ ਸਿੰਬਲ ਯੂਜ਼ ਕਰਾਂਗਾ, ਗੱਲ ਦਿਮਾਗ 'ਚ ਰੱਖਿਓ, ਇੱਥੇ ਮੈਂ ਸਿੰਬਲ ਯੂਜ਼ ਕਰਨ ਲੱਗਿਆ। escape velocity ਦਾ ਫਾਰਮੂਲਾ ਆਪਣੇ ਕੋਲ ਕੀ ਆਇਆ ਜੀ, √2gm/r। ਬੱਚੇ ਗੱਲ ਸਮਝ ਲੱਗਦੀ ਪਈ? 2 ਮਿੰਟ ਲਾਣੇ ਪੁੱਤ ਆਪਾਂ ਬਸ ਫਿਰ ਖਤਮ ਕਰੀਏ ਇਸ ਕਨਸੈਪਟ ਨੂੰ। ਜੇ ਮੈਂ ਇਹ ਤੋਂ escape velocity ਲਵਾਂ ਤਾਂ √2gm/r ਹੈ ਨਾ, ਤੇ ਇਹ ਚੋਂ ਜੇ ਮੈਂ ਐਸਾ gm/ ਹਾਂਜੀ बेटा, ਜੇ ਮੈਂ ਇਤੋਂ escape velocity ਲਵਾਂ ਜਿਹਦੀ ਵੈਲਿਊ √2gm/r ਆ, ਇਹਦੇ ਵਿੱਚੋਂ ਤੁਹਾਡੇ ਕੋਲ ਇੱਥੇ gm/r ਬਣਦਾ, ਆ 2 ਚੁੱਕੋ ਤੇ ਇਹਨੂੰ ਇਧਰ ਨਾਲ ਐਡਜਸਟ ਕਰੋ, ਫਿਰ ਆਪਾਂ ਇਸ ਤੋਂ ਬਾਅਦ ਟਰਮ ਨੂੰ ਬਣਾਣੇ, ਆਪਣੀ ਟਰਮ ਕੀ ਬਣ ਜਾਣੀ ਹੈ, ਤੂੰ ਇਧਰ ਲੈ ਜਾਓ ਜੀ एलसीएम ले ली ਹਾਂਜੀ सर, एलसीएम नहीं ले सकते, एलसीएम लेके कर ली एलसीएम ले सकते हो, फिर r भी एडजस्ट हो जाना ना, मैं r नाल एडजस्ट नहीं करना चाह रहा, पर फिर 2 दोनों पासे सिर्फ खत्म कराना वा, ਉਹਨਾਂ ਮੇਰਾ ਇਹ ਕਿ b ਦੀ ਵੈਲਿਊ gm/r ਦੀ ਫਾਰਮ ਚ ਬਣਾ ਲਾਂਗੇ। ओके सर मल्टीप्लाई एंड डिवाइड बाय 2। ਇਧਰ ਆਪਾਂ ਕਹਿੰਦੇ ਜੀ ਇਸ ਸਾਈਡ ਤੇ ਤੁਸੀਂ 2 ਨਾਲ ਮਲਟੀਪਲਾਈ 2 ਨਾਲ ਡਿਵਾਈਡ ਕਰ ਲਓ, ਇੱਕ ਤਰ੍ਹਾਂ ਆਪਣੀ ਟਰਮ ਕੀ ਬਣ ਜਾਣੀ ਹੈ -2gm/r, ਠੀਕ ਹੈ। ਇਧਰ ਆ ਗਿਆ ਜੀ ਆਪਣੇ ਕੋਲ 2v²/2 है ना, ये 2 ना मल्टीप्लाई हो गया ते 2 ना डिवाइड भी हो। यस सर सर दोनों साइड से 2 तो में मल्टीप्लाई 2gm/2r कर लेने हैं सिर्फ। 2v²/2 इधर ला दो, चलो इधर कर दे, मैं ब्रेक खा गया सी
हाँ जी ਹੁਣ ਜੇ ਇਹਨੂੰ ਐਡਜਸਟ ਕਰੀਏ ਤੇ ਆਹ ਟਰਮ ਆਪਣੇ ਕੋਲ ਐਸਐਚ ਐਡਜਸਟ ਕਰੋ ਆਪਣੀ ਟਰਮ ਕੀ ਬਣ ਜਾਣੀ ਆ ਆਹ ਟਰਮ ਨੂੰ ਇਧਰ ਅਰੇਂਜ ਕਰ ਰਹੇ ਆ ਟਰਮ ਆ ਜਾਏਗੀ -2gm/r plus v square equal to v dash square clear ਆ Yes, sir. ਹੁਣ ਜੇ ਇਸ ਟਰਮ ਨੂੰ ਜਿਹਨੂੰ ਸਰਕਲ ਕਰਦਾ ਪਿਆ ਇਹਨੂੰ ਪੁੱਟ ਅਪ ਕਰਨਾ ਹੋਵੇ ਤੇ ਇਹਨੂੰ ਅਸੀਂ ਐਸਕੇਪ ਵੈਲੋਸਿਟੀ ਦਾ ਸਕੁਅਰ ਪੁੱਟ ਕਰ ਸਕਦੇ Yes, sir. Yes, sir. ਇੱਥੇ ਕਰ ਰਹੇ ਆਪਾਂ ਤਾਂ ਇਹਨੂੰ ਇੱਥੇ ਖਤਮ ਕਰਾਂਗੇ ਆਪਾਂ ਹੁਣ ਜੇ ਇਹਨੂੰ ਇੱਥੋਂ ਲੈ ਕੇ ਚੱਲੀਏ ਤੇ ਆਪਣੀ ਟਰਮ ਬਣ ਜਾਏਗੀ -ve ਸਕੁਅਰ ठीक है जी -ve square plus v square equal to v dash square clear है Yes, sir. बस इसको फिर v dash ਦਾ ਫਾਰਮੂਲਾ ਫਾਈਨਲ ਬਣਾ ਦਿਓ ਆਪਣੇ ਕੋਲ v dash ਦਾ ਫਾਰਮੂਲਾ ਕੀ ਆ ਜਾਏਗਾ ਇਹ ਤੋਂ ਜੇ ਆਪਾਂ v dash ਦਾ ਫਾਰਮੂਲਾ ਡਿਫਾਈਨ ਕਰੀਏ ਤੇ ਆਪਣੇ ਕੋਲ v dash ਦਾ ਫਾਰਮੂਲਾ ਬਣ ਜਾਣਾ v dash equal to under root of v square minus ve square ਆ ਕਲੀਅਰ ਹੈ ਜੀ yes sir Yes, sir. Sir. ਆਊਟਰ ਸਪੇਸ 'ਚ ਜਾ ਕੇ ਕਿਸੇ ਵੀ ਆਬਜੈਕਟ ਦੀ ਸਪੀਡ ਕੱਢਣੀ ਆ ਅਰਥ ਤੋਂ ਜਿੰਨੀ ਉਹਨੂੰ ਸਪੀਡ ਦਿੱਤੀ ਹੋਵੇ ਉਹ ਪਤਾ ਹੋਵੇ ਤੇ ਉਸ ਪਲੈਨਟ ਦੇ ਉੱਤੇ ਐਸਕੇਪ ਵੈਲੋਸਿਟੀ ਦੀ ਵੈਲਿਊ ਪਤਾ ਹੋਵੇ ਇੱਥੋਂ ਤੁਸੀਂ ਐਸਐਚ ਫਾਰਮੂਲੇ ਨਾਲ ਆਊਟਰ ਸਪੇਸ ਉਹਦੀ ਸਪੀਡ ਕੱਢ ਸਕਦੇ ਹੋ ਕਿਆ ਸਮਝ ਲੱਗੀ ਗੱਲ ਦੀ Yes, sir. Yes, sir. ਜੇ ਪੇਪਰ ਦੇ ਅੰਦਰ ਐਸਕੇਪ ਵੈਲੋਸਿਟੀ ਦੀ ਡੈਰੀਵੇਸ਼ਨ ਆਂਦੀ ਇਹ ਪਾਰਟ ਉਹਦੇ ਵਿੱਚ ਨਹੀਂ ਕਰਨਾ ਇਹ ਨੂਮੈਰੀਕਲ ਵਾਸਤੇ ਆ ਜੇ ਇਹ ਸਪੈਸੀਫਿਕਲੀ ਪੁੱਛਿਆ ਜਾਵੇ ਫਿਰ ਇਹ ਪਾਰਟ ਕਰਨਾ ਅਦਰਵਾਈਜ਼ ਜਿੰਨਾ ਬਾਕੀ ਟਾਪਿਕ ਉਹ ਸਾਰਾ ਕੰਪਲੀਟ ਹੈ ਤੁਹਾਡਾ ਕਲੀਅਰ ਹੈ ਬੱਚੇ Yes, sir. Yes. yes sir Yes, sir. कोई डाउट है कि हो जुए टॉपिक एस्केप वेलोसिटी अपना इन ऑल रिस्पेक्ट अपना कंप्लीट हैगा हूं क्लियर है Yes, sir. Yes, sir. Yes, sir. चलो थोड़ी क्लास उधर टाइम है इसलिए आप कल गल करांगे बाकी ओके